परम सत्कारयोग गुरु रो प्यारी गुरु सवारी साध संगत जी, अमृत वेला होया है। सतगुरां दी बख्शिश दे नाल गुरु दरबार दीयां हाजरियां अकाल पुरख महाराज जी किरपा करते ने। सतगुरां दी किरपा दे नाल जिंदगियां चल रहीआं हन। परमात्मा का नाम जपया जा रहा है। सतगुरु महाराज जी अमृत वेले ही गुरसिखां नूं हुक्म करते हैं कि जिन्नी भी कायनात सृष्टि है, ये सारी दी सारी सृष्टि दे अंदर प्रेम है जिहड़ा वो छुपिया होया है। मनुखता नूं परमात्मा ने बहुत प्रकार की सोझी बख्शी है, करोड़ां तरह दीयां सहूलतां बख्शियां ने। जिथे परमात्मा ने इन्ना कुछ इनू बख्शिया है, उत्थे प्रेम दे शब्द भी परमात्मा ने इसनूं बख्शे हुए ने। गुरु साहिब जी महाराज ने किरपा की। आपां कल सरवण कर रहे सी, पंथा प्रेम न जानई भोली फिरै गवार, नानक हर विसराय कै पाउंदे नरक अंधियार। धर्म का जिहड़ा मेन पॉइंट है, केंद्र बिंदु है, उसनों प्रेम कहते हैं। प्रेम तो बिना बाकी धर्मां की गल छड्ड के सिख धर्म के अंदर गुरु ग्रंथ साहिब जी महाराज, गुरु गोबिंद सिंह महाराज जियां दे ऐलानिया बोल हैं पंज बाणियां दे विच, जिन प्रेम कियो तिन ही प्रभ पायो। जिन्हां ने प्रेम किया उन्हां ने परमेश्वर नूं पाया। प्रेम दे विच की है? प्रेम दे विच गुरु दे हुक्म नूं सुन के ते गुरु दे हुक्म नूं मनना, दूजी गल होर कोई नहीं है। गुरु दे हुक्म नूं सुनिया ते मन लिया, बस ये इत्थों ही पता लगता है जिस दे अंदर प्रेम होवे। गुरु साहिब जी महाराज जियां दा इतिहास आपां सरवण कर रहे हैं कई दिनों तो लैके, जो कि विसाखी के दिहाड़े के संबंध दे विच आपां शुरू किया है। तीजे पातशाह गुरु अमरदास साहिब जी महाराज ने लंगर पानी एक किया। अकबर बादशाह की 22 पिंडां की जगीर जी वो ठुकराई। उस तो बाद सी जिहड़ा समा बनिया, गुरु रामदास साहिब जी महाराज जी उन्हां दे कोल गुरता गद्दी आई। फिर गुरु राम जदों पानी एक हो गया, रोटी एक हो गई, बौली साहब एक हो गई, फिर गुरु रामदास साहिब जी महाराज जी ने दिव्य दृष्टि के नाल देखिया कि हुण इन्हां सारियां वस्तुआं दा जिहड़ा केंद्र है एक होना चाहिए, क्योंकि सारे परिवार दे विच एक मुखिया हुंदा है। जे सारे दे सारे मुखिया बन जाण तो जिन्ने परिवार के मैंबर ने फिर उन्ने चुल्हे बन जाएंगे। इस वास्ते गुरु रामदास साहिब जी महाराज ने चौथे पातशाह महाराज ने सोचा, कहते हुण ये एक केंद्र होना चाहिए।
ਤੇ ਕੇਂਦਰ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਅਕਾਲ ਪੁਰਖ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਕੇਂਦਰ ਤਿਆਰ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ। ਹੁਣ ਹਰਿਮੰਦਰ ਸਾਹਿਬ ਦੀ ਜਿਹੜੀ ਕੇਂਦਰਤ ਬਿੰਦੂ ਹੈ, ਸਾਰੇ ਦੇ ਸਾਰੇ ਸਿੱਖ ਜਗਤ ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਚੱਲਦਾ ਹੈ। ਉਹਨਾਂ ਸਮਿਆਂ ਦੇ ਵਿੱਚ 4 ਫਿਰਕੇ ਤੇ ਮੁਸਲਮਾਨਾਂ ਦੇ ਚੱਲਦੇ ਸੀ। ਸਾਧੂ, ਨਿਰਮਲੇ, ਬੈਰਾਗੀ, ਉਦਾਸੀ ਤੇ ਸੰਨਿਆਸੀ, ਇਹਨਾਂ ਦੇ ਵਿਚਾਰ ਜਿਹੜੇ ਫਿਰਕੇ ਸੀ। ਉੱਤਰ, ਦੱਖਣ, ਪੂਰਬ ਤੇ ਪੱਛਮ 4 ਦਿਸ਼ਾਵਾਂ ਜਿਹੜੀਆਂ ਨੇ ਉਹ ਸੰਸਾਰ ਦੇ ਵਿੱਚ ਮੰਨੀਆਂ ਗਈਆਂ ਨੇ। ਧਾਰਮਿਕ ਗ੍ਰੰਥਾਂ ਦੇ ਮੁਤਾਬਕ 10 ਦਿਸ਼ਾਵਾਂ ਬਣਦੀਆਂ ਨੇ। ਕੇਂਦਰਤ ਬਿੰਦੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਉਹਨਾਂ ਸਮਿਆਂ ਦੇ ਵਿੱਚ ਅਕਾਲ ਪੁਰਖ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਕੇਂਦਰਤ ਬਿੰਦੂ ਬਣਾਇਆ, ਤਾਂ ਕਿ ਸਾਰੇ ਦੇ ਸਾਰਿਆਂ ਦਾ ਇੱਕੋ ਜਗ੍ਹਾ 'ਤੇ ਸੀ, ਜਿਹੜਾ ਇੱਕੋ ਜਗ੍ਹਾ ਤੋਂ ਹੁਕਮ ਲਾਗੂ ਹੋਵੇ। ਹੁਣ ਤੇ ਚਲੋ ਦੁਨੀਆਦਾਰੀ ਦੇ ਵਿੱਚ ਵੱਖੋ ਵੱਖਰੀਆਂ ਮਰਿਆਦਾ ਬਣ ਗਈਆਂ ਨੇ, ਪਰ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸੀ, ਇਹੀ ਤਕਰੀਬਨ ਹਰ ਇੱਕ ਜਗ੍ਹਾ 'ਤੇ ਲਾਗੂ ਹੁੰਦੀ ਸੀ। ਮਾਫ਼ ਕਰਨਾ, ਹੁਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜਿਹੜਾ, ਇਹ ਬਹੁਤੇ ਗੁਰਦੁਆਰਿਆਂ ਦੇ ਵਿੱਚ ਮੰਨਿਆ ਨਹੀਂ ਜਾ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੋਂ 5ਵੇਂ ਪਾਤਸ਼ਾਹ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਛੋਟੇ ਸੁਪੁੱਤਰ ਨੂੰ ਗੁਰਤਾ ਗੱਦੀ ਦਿੱਤੀ ਹੈ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ 3 ਸੁਪੁੱਤਰ ਸਨ। ਬਾਬਾ ਪਿਰਥੀ ਚੰਦ ਜੀ ਵੱਡੇ, ਮਹਾਦੇਵ ਜੀ ਉਸ ਤੋਂ ਛੋਟੇ, ਅਤੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਬਾਬਾ ਪਿਰਥੀ ਚੰਦ ਜੀ ਨੇ ਤਕਰੀਬਨ ਇਹ ਠਾਣ ਰੱਖਿਆ ਸੀ ਕਿ ਜਿਹੜੀ ਇਸ ਤੋਂ ਬਾਅਦ ਗੁਰਤਾ ਗੱਦੀ ਹੈ, ਉਹ ਸਾਰੀ ਗੁਰਤਾ ਗੱਦੀ ਮੇਰੇ ਕੋਲ ਹੀ ਆਉਣੀ ਹੈ। ਬਾਬੇ ਪਿਰਥੀ ਚੰਦ ਦਾ ਜਿਹੜਾ ਇਹਨਾਂ ਦਾ 8 ਗੁਰੂਆਂ ਦੇ ਨਾਲ ਰਿਸ਼ਤੇਦਾਰੀ ਪੈਂਦੀ ਹੈ। ਬਾਬੇ ਪਿਰਥੀ ਚੰਦ ਦੀ 8 ਗੁਰੂਆਂ ਦੇ ਨਾਲ। ਬਾਬੇ ਪਿਰਥੀ ਚੰਦ ਦੇ ਜਿਹੜੇ ਨਾਨਾ ਜੀ ਸਨ, ਉਹ ਸੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, 3 ਪਾਤਸ਼ਾਹ। ਤੇ ਗੁਰੂ ਬਾਬੇ ਪਿਰਥੀ ਚੰਦ ਦੇ ਜਿਹੜੇ ਪਿਤਾ ਜੀ ਸਨ, ਉਹ ਸੀ 4ਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬਾਬੇ ਪਿਰਥੀ ਚੰਦ ਦੇ ਸਕੇ ਭਰਾਤਾ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਔਰ ਬਾਬੇ ਪਿਰਥੀ ਚੰਦ ਦੀ ਜਿਹੜੀ ਮਾਤਾ ਜੀ ਸੀ, ਉਹ ਸੀ ਬੀਬੀ ਭਾਨੀ ਜੀ। ਬਾਬੇ ਪਿਰਥੀ ਚੰਦ ਦੇ ਸਕੇ ਭਤੀਜੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਬਾਬੇ ਪਿਰਥੀ ਚੰਦ ਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੋਤੇ ਲੱਗਦੇ ਸਨ ਤੇ ਬਾਬੇ ਪਿਰਥੀ ਚੰਦ ਦੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੜਪੋਤਰਿਆਂ ਦੀ ਥਾਂ ਲੱਗਦੇ ਸਨ। ਐਡਾ ਵੱਡਾ ਸੰਬੰਧ ਸੀ ਬਾਬੇ ਪਿਰਥੀ ਚੰਦ ਦਾ ਗੁਰੂ ਘਰ ਦੇ ਨਾਲ। ਐਨੇ ਗੁਰੂ, ਨਾਨਾ ਵੀ ਗੁਰੂ, ਪਿਤਾ ਵੀ ਗੁਰੂ, ਸਕਾ ਭਰਾ ਵੀ ਗੁਰੂ, ਸਕਾ ਭਤੀਜਾ ਵੀ ਗੁਰੂ, ਪੋਤਾ ਵੀ ਗੁਰੂ, ਪੜਪੋਤਰਾ ਵੀ ਗੁਰੂ। ਫਿਰ ਵੀ ਐਸਾ ਕਿਉਂ? ਐਸਾ ਕਿਉਂ ਹੋ ਗਿਆ? ਐਸਾ ਕੀ ਕਾਰਨ ਸੀ? ਇਹਦਾ ਮੂਲ ਕਾਰਨ ਕੀ ਸੀਗਾ ਕਿ ਪਿਰਥੀ ਚੰਦ ਨੂੰ ਗੁਰੂ ਘਰ ਦੇ ਵਿੱਚ ਜਗ੍ਹਾ ਕਿਉਂ ਨਹੀਂ ਮਿਲੀ? ਉਹਨੂੰ ਇਸੇ ਕਰਕੇ ਜਗ੍ਹਾ ਨਹੀਂ ਮਿਲੀ ਕਿ ਭਾਵੇਂ ਉਹਦਾ ਜਿਹੜਾ ਰਿਸ਼ਤੇਦਾਰੀਆਂ ਦਾ ਸੰਬੰਧ ਸੀ ਬੜਾ ਗੂੜਾ ਸੀ ਗੁਰੂਆਂ ਦੇ ਨਾਲ, ਪਰ ਉਹਨੇ ਪਿਰਥੀ ਚੰਦ ਨੇ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ। ਬਸ ਇੱਥੇ ਹੀ ਆ ਕੇ ਮਾਰ ਖਾ ਗਿਆ ਸੀ। ਹੁਕਮ ਨਹੀਂ ਮੰਨਿਆ ਉਹਨੇ ਗੁਰੂ ਦਾ, ਨਾ ਨਾਨੇ ਦਾ ਮੰਨਿਆ, ਨਾ ਪਿਤਾ ਦਾ ਮੰਨਿਆ, ਭਰਾ ਦਾ ਤੇ ਭਤੀਜੇ ਦਾ ਤੇ ਅਗਾਹਾਂ ਇਹਨਾਂ ਦਾ ਮੰਨਣਾ ਕੀ ਸੀ? ਉਹਨੇ ਵਿਰੋਧਤਾ ਕਰਦਾ ਰਿਹਾ। ਬਸ ਬਾਕੀ ਤਾਂ ਸਾਰਾ ਕੁਛ ਗੂੜਾ ਸੰਬੰਧ ਸੀ ਬੜਾ ਰਿਸ਼ਤੇਦਾਰੀ ਦਾ। ਹੁਣ ਪਿਤਾ ਤੋਂ ਵੱਡਾ ਮਨੁੱਖ ਵਾਸਤੇ ਜੱਗ ਦੇ ਵਿੱਚ ਹੋਰ ਕੌਣ ਹੁੰਦਾ? ਤੇ ਨਾਨਾ, ਨਾਨਕੇ। ਮਨੁੱਖਤਾ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਨਾਨਕੇ ਨੇ ਨਾ, ਇਹ ਇੱਕ ਬਹੁਤ ਵੱਡੀ ਅਹਿਮੀਅਤ ਰੱਖਦੇ ਨੇ। ਨਾਨਕੇ ਜੇ ਬੱਚੇ ਦਾ ਰਿਸ਼ਤਾ ਹੋਣਾ ਹੋਵੇ ਨਾ, ਤਾਂ ਪਹਿਲਾਂ ਪੁੱਛਿਆ ਜਾਂਦਾ ਹੈ ਕਿ ਬੱਚੇ ਦੇ ਨਾਨਕੇ ਕਿੱਥੇ ਨੇ, ਕਿਹੜੇ ਪਿੰਡ ਦੇ ਵਸਨੀਕ ਨੇ। ਨਾਨਕੇ ਤੇ ਅਕਸਰ ਮਨੁੱਖ ਦੀ ਜਿਹੜੀ ਬਹੁਤ ਸਾਰੀ ਜ਼ਿੰਦਗੀ ਦਾ ਅਹਿਮ ਹਿੱਸਾ। ਚਲੋ ਸਮਾਂ ਹੁਣ ਤੇ ਹੋਰ ਤਬਦੀਲ ਹੋ ਗਿਆ, ਪੁਰਾਣੇ ਜ਼ਮਾਨਿਆਂ ਦੇ ਵਿੱਚ ਸੀ ਜਿਹੜਾ ਮਨੁੱਖ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਹੀ ਆਪਣੇ ਨਾਨਕੇ ਪਿੰਡ ਬਤੀਤ ਹੁੰਦਾ ਸੀ। ਨਾਨਕੇ ਪਿੰਡ ਜੋ ਕੁਛ ਵੀ ਘਰ ਦੇ ਵਿੱਚ ਵੱਡਾ ਹੋਣਾ ਹੋਵੇ, ਕੋਈ ਰਿਸ਼ਤੇਦਾਰੀ ਪਾਉਣੀ ਹੋਵੇ, ਅਗਾਹਾਂ ਕੁਛ ਹੋਰ ਕਰਨਾ ਹੋਵੇ, ਤੇ ਨਾਨਕਿਆਂ ਦਾ ਜਿਹੜਾ ਹੈ ਉਹਦੇ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਤੇ ਨਾਨਕੇ ਬਾਬੇ ਪਿਰਥੀ ਚੰਦ ਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਾਨਾ ਜੀ ਲੱਗਦੇ ਸਨ ਤੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਨਾਨਕਿਆਂ ਤੋਂ ਬਾਅਦ ਗੱਲ ਆ ਜਾਂਦੀ ਹੈ ਪਿਤਾ ਤੇ। ਚਲੋ ਨਾਨਕਿਆਂ ਦੇ ਕੋਲ ਕੋਈ ਨਹੀਂ ਗਿਆ, ਨਹੀਂ ਗੱਲ ਮੰਨਦਾ ਤੇ ਠੀਕ, ਪਰ ਆਪਣੇ ਪਿਤਾ ਦੀ ਗੱਲ ਤੇ ਸਾਰੇ ਮੰਨਦੇ ਨੇ ਨਾ। ਇਹਨੇ ਪਿਰਥੀ ਚੰਦ ਨੇ ਆਪਣੇ ਪਿਤਾ ਦੀ ਗੱਲ ਵੀ ਨਹੀਂ ਮੰਨੀ ਸੀ, ਨਾਨੇ ਦੀ ਵੀ ਨਹੀਂ ਮੰਨੀ, ਪਿਤਾ ਦੀ ਵੀ ਨਹੀਂ ਮੰਨੀ, ਤੇ ਭਰਾਤਾ ਦੀ ਤੇ ਮੰਨਣੀ ਕਿਉਂ ਸੀ? ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਮਰ ਦੇ ਵਿੱਚ ਇਹ ਤੋਂ ਛੋਟੇ ਸੀ, ਗੱਭੇ ਸੀ ਬਾਬਾ ਮਹਾਦੇਵ ਜੀ। ਔਰ ਮਹਾਦੇਵ ਜੀ ਜਿਹੜੇ ਸਨ ਇਹ ਸਾਧੂ ਬਿਰਤੀ ਸਹਿ ਸੁਭਾਅ ਵਾਲੇ ਸਨ। ਪਿਰਥੀ ਚੰਦ ਸੀ ਲਾਲਚੀ ਮਨੁੱਖ, ਜਿਹਨੇ, ਚਲੋ ਹੋਰ ਵੀ ਥੋੜ੍ਹਾ ਜਿਹਾ ਗਹਿਰੇ ਚਲੇ ਜਾਈਏ, ਪਿਰਥੀ ਚੰਦ ਹਰਿਮੰਦਰ ਸਾਹਿਬ ਜਿਹੜੀਆਂ ਸੰਗਤਾਂ ਆਉਂਦੀਆਂ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲੈਂਦਾ ਸੀ। ਰਸਤ ਪਾਣੀ ਸਾੜਾ ਰਸਤੇ ਦੇ ਵਿੱਚ ਫੜ ਲੈਂਦਾ ਸੀ ਸੰਗਤਾਂ ਤੋਂ। ਇੱਥੇ ਵਸ ਨਹੀਂ ਕੀਤਾ ਸੀ ਉਹਨੇ। ਫਿਰ ਜਦੋਂ ਪਿਰਥੀ ਚੰਦ ਦੀ ਸੰਗਤਾਂ ਨੂੰ ਪਤਾ ਲੱਗਿਆ, ਸੰਗਤਾਂ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਦੱਸਿਆ
फिर संगतां लिया के गुरु रामदास साहब महाराज नूं भेटावां रखण लगियां ते पिरथी चंद ने अपने सहुरे पिंड जाके हरमंदर साहिब तैयार कर लिया सी। हेरा पिंड है ये अंम੍ਰਿਤਸਰ तो लाहौर नूं जांदिआं नूं, उत्थे पिरथी चंद दे सहुरे सी, करमों दा पेका पिंड सी, उत्थे हरमंदर साहिब तैयार कर लिया सी। कल्ला हरमंदर साहिब नहीं तैयार कीता सी, नाल उत्थे एक बीड़ की रचना भी की हुई सी पिरथी चंद ने, हजे भी मौजूद पई है उत्थे गुरुद्वारा साहिब दे विच। उवें उत्थे सरोवर बनाया, उवें हरमंदर साहिब बनाया, सारा कुछ उन्हें उवें तैयार करके विच बीड़ रखी। पर उहदे विच की सीगा कि पिरथी चंद दे कोल माया ते बहुत सी, माया का कोई टोटा नहीं सीगा। कारण की सीगा कि पिरथी चंद दे जिहड़े सहुरा परिवार सी ना, ये अपने घरों चंगे सी, इन्हां दे चंगे भट्ठे चलदे हुंदे सी, तकड़े सी, ते पिरथी चंद दी जिहड़ी सीगी इन्हां ने पूर्ण रूप दे विच मदद कीती कि वाकई जदों तूं वड्डा हुण ते गुरता गद्दी तेरे कोल ही आउणी है, हुण ते गुरता गद्दी तेरे कोल ही आउणी है। इन्हां ने पूर्ण रूप दे विच उहदी मदद कीती। उन्हां दी मदद दे नाल पिरथी चंद ने उत्थों भट्ठियां तो इट्टां लिया के हरमंदर साहिब तैयार कीता सी हेरा पिंड दे विच, ते उत्थे एक ग्रंथ की रचना कर ली सी अपने आप ही इहने। फिर इहने जदों इन्ना कुछ कर लिया सी, पर उहदे विच इहने हरमंदर साहिब भी बना लिया, सरोवर भी तैयार कर लिया, ग्रंथ भी रख लिया, पर ਉਹਦੇ ਵਿੱਚ ਕੀ ਸੀਗਾ, ਜਦੋਂ ਸਾਰਾ ਕੁਛ ਇਹਨੇ ਤਿਆਰ ਕਰ ਲਿਆ ਪਰ ਗੁਰੂ ਦੇ ਹੁਕਮ ਤੋਂ ਉਲਟ ਚੱਲਦਾ ਸੀ, ਇਸ ਕਰਕੇ ਉੱਥੇ ਸੰਗਤਾਂ ਦਾ ਆਉਣਾ ਜਾਣਾ ਨਹੀਂ ਸੀ। ਸੰਗਤ ਆਉਂਦੀ ਹੈ ਗੁਰੂ ਦੇ ਹੁਕਮ ਦੇ ਨਾਲ, ਗੁਰੂ ਦੇ ਹੁਕਮ ਦੀ ਬੱਝੀ ਹੋਈ ਸੰਗਤ ਆਉਂਦੀ ਹੈ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਉਪਦੇਸ਼ ਲੈਣ ਵਾਸਤੇ। ਪਿਰਥੀ ਚੰਦ ਨੇ गुरु अर्जन देव साहिब जी महाराज जी इस जगत दे विच सब तो वड्डी विरोधता पिरथी चंद ने की सी, सके भरा ने। नाल दी नाल ही गल्लां नोट करन वालियां साडियां हुंदियां, क्योंकि जिन्नियां समाज दे विच असीं विचरदे हां, तीन जगह ते असीं जिंदगी जिउंदे हां, समाजिक नियमां विच, धार्मिक नियमां विच अते राजनीतिक नियमां दे विच। ते जिमें जिमें ये गुरुआं पैगंबरां दा इतिहास है, कल्ला सुनन दे नाल कुछ नहीं बनना, इनू सानू गहरी झात भी मारनी पैनी है कि जे असीं कहने आ कि समाज दे विच ते इहदे वर्गा खून दा रिश्ता कोई नहीं, ते फिर पिरथी चंद ते गुरु अर्जन देव साहिब महाराज दा इतिहास पढ़ लिया। ठीक है, किसी की जिंदगी ते कोई गिला शिकवा नहीं है, गिला शिकवा नहीं है, पर गुरु ने इत्थे वचन कीते ने कि तुसी जिहड़ा अकाल पुरख दा हुक्म है ना, सारी दियां सारियां रिश्तेदारियां निभाउणियां ने, सब दियां सब निभाओ, पर गुरु दा जिहड़ा हुक्म है इन्हां नूं सारे रिश्तेदारियां तो उच्चा करके मनो। हुण पिरथी चंद दे गुरु अमरदास साहिब महाराज सके नाना जी सी ने गल थोड़ो मन्नी है, पिता दी गल भी नहीं मन्नी। कहते तुसी मेरा पिता हो ते तुहाथों बात ते गुरता गद्दी है जिहड़ी मैं वड्डा है ते मेरे कोल ही आउणी है, पर नहीं आई। तो यदा मतलब गुरु साहिब जी महाराज सानू नाल नाल भी समझाउंदे ने भी जिन्नियां तुहाडियां रिश्तेदारियां ना, इन्हां नूं बड़े सुचज्जे ढंग दे नाल तुसी निभाउणा करो। नाल नाल ये भी चेते रखियो कि ये भी हो सकता है कि तुहाडा सब तो वड्डा दुश्मन, तुहाडी विरोधता करन वाला तुहाडा सका भरा पैदा होया होवे, ते तुहाडा नाना जिहड़ा है वो रब्बी रूप होवे, उहदे बोल रब दे बोल होण, पहचानण वाले तुसी आपे बने। तुहाडा पिता उहदे बोल हो सकदा है रब्बी बोल होवन, तुसी पहचानण वाले आपे बने। दूजे पासे भी भाई गुरदास नूं पढ़ लो, ਧਰੋ ਹੱਸਦਾ ਘਰ आया, कर प्यार प्यो कुछड़ लीता, बाहों पकड़ उठा लिया, मन विच रोस मतरेई कीता।
ਪਿਤਾ ਨੇ ਤਾਂ ਬਿਠਾ ਲਿਆ ਸੀ ਨਾ, ਹੱਸਦਾ ਹੱਸਦਾ ਛੋਟੀ ਜਿਹੀ ਉਮਰ ਦਾ ਖੇਡਦਾ ਬਾਲਕ ਆਪਣੇ ਪਿਤਾ ਦੀ ਗੋਦ ਵਿੱਚ ਆ ਕੇ ਬੈਠ ਗਿਆ, ਪਰ ਮਤਰੇਈ ਮਾਂ ਨੇ ਬਾਂਹ ਫੜ ਕੇ ਕੱਢ ਦਿੱਤਾ ਸੀ ਕਿ ਨਿਕਲ ਜਾ, ਜੇ ਇਸ ਪਿਓ ਦੇ ਬੁੱਕਲ ਵਿੱਚ ਬੈਠਣਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈਂਦਾ। ਹੈਰਾਨਗੀ ਹੁੰਦੀ ਹੈ ਇਤਿਹਾਸ ਦੀਆਂ ਜਦੋਂ ਲੜੀਆਂ ਜੋੜ ਜੋੜ ਕੇ ਪੜ੍ਹਦੇ ਆ ਨਾ, ਵੀ ਕਮਾਲ ਦੀ ਗੱਲ ਹੈ, ਸਾਨੂੰ ਬੜਾ ਸੁਚੇਤ ਕੀਤਾ ਹੋਇਆ। ਬਾਬੇ ਪਿਰਥੀ ਚੰਦ ਨੇ ਬੜੀ ਵਿਰੋਧਤਾ ਕੀਤੀ ਆਪਣੇ ਸਕੇ ਭਰਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸਮਾਂ ਬਣਿਆ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਦੋਂ ਇਹ ਸਾਰੇ ਦੇ ਸਾਰੇ ਫਿਰਕੇ ਦੇਖ ਲਏ ਤੇ ਇਹਨਾਂ ਦੇ ਵਿੱਚੋਂ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਹਰਿਮੰਦਰ ਸਾਹਿਬ ਦੀ ਨਿਉ ਰੱਖਣ ਵਾਸਤੇ। ਆਪ ਜੀ ਇਤਿਹਾਸ ਤੋਂ ਜਾਣੋ ਕਿਉਂ ਬੁਲਾਇਆ ਸੀ ਭਲਾ? ਕਿਉਂਕਿ ਜਦੋਂ ਕਿਸੇ ਵੀ ਵਸਤੂ ਦੀ ਨਿਉ ਰੱਖਣੀ ਹੈ ਨਾ, ਉਦੋਂ ਬਰਕਤ ਵਾਲੇ ਹੱਥਾਂ ਦੀ ਲੋੜ ਪੈਂਦੀ ਹੈ, ਬਰਕਤਾਂ ਵਾਲੇ, ਜਿਹੜੇ ਹੱਥਾਂ ਦੇ ਵਿੱਚ ਬਰਕਤ ਹੋਵੇ। ਬਰਕਤ ਕਿੰਨਾ ਹੱਥਾਂ ਦੇ ਵਿੱਚ ਹੁੰਦੀ ਹੈ? ਜਿਹੜੇ ਹੱਥਾਂ ਨੇ ਸਿਮਰਨ ਬੰਦਗੀ ਕਰਦਿਆਂ ਸੇਵਾ ਕੀਤੀ ਹੈ ਜਾਂ ਸਿਮਰਨ ਕੀਤਾ ਹੈ ਜਾਂ ਚੰਗੇ ਕੰਮ ਇਹਨਾਂ ਹੱਥਾਂ ਨੇ ਕੀਤਾ ਨੇ, ਉਹਨਾਂ ਦੇ ਵਿੱਚ ਬਰਕਤ ਪੈਂਦੀ ਹੈ, ਉਹਨਾਂ ਹੱਥਾਂ ਦੇ ਵਿੱਚ ਬਰਕਤ ਪੈਂਦੀ ਹੈ। ਇਹ ਹੱਥ ਕੋਈ ਇਹ ਨਹੀਂ ਹੈ ਵੀ ਰੱਬ ਨੇ ਸਾਨੂੰ ਇਕੱਲੇ ਕੰਮ ਕਰਨ ਵਾਸਤੇ ਦਿੱਤੇ ਹੈ। ਮਹਾਰਾਜ ਕਹਿੰਦੇ ਹੱਥ ਪਾਓ ਕਰ ਕਾਮ ਸਭ, ਸਾਰੇ ਕੰਮ ਕਰੋ, ਠੀਕ ਹੈ, ਇਹ ਤੁਹਾਡੇ ਇਸੇ ਕਰਕੇ ਲੱਗੇ ਹੋਏ ਨੇ, ਪਰ ਜੇ ਤੁਸੀਂ ਸੇਵਾ ਕਰਦੇ ਹੋ, ਜੇ ਤੁਸੀਂ ਸਿਮਰਨ ਕਰਦੇ ਹੋ, ਜੇ ਤੁਸੀਂ ਬੰਦਗੀ ਦੇ ਵਿੱਚ ਲੱਗੇ ਹੋਏ ਹੋ ਤੇ ਇਹਨਾਂ ਹੱਥਾਂ ਦੀਆਂ ਲਕੀਰਾਂ ਦੇ ਵਿੱਚ ਇੰਨੀਆਂ ਬਰਕਤਾਂ ਪਰਮਾਤਮਾ ਨੇ ਪਾ ਦੇਣੀਆਂ ਨੇ। ਜੇ ਤੁਸੀਂ ਕਿਸੇ ਰੇਤੇ ਨੂੰ ਵੀ ਹੱਥ ਪਾ ਦਿਓਗੇ ਤੇ ਉਹ ਵੀ ਸੋਨੇ ਦਾ ਰੂਪ ਬਣ ਜਾਊਗਾ। ਤੇ ਜਿਹੜੇ ਇਸ ਸੇਵਾ ਤੇ ਸਿਮਰਨ ਤੋਂ ਵਾਂਝੇ ਹੱਥ ਨੇ ਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਸੋਨੇ ਨੂੰ ਹੱਥ ਓਏ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੇ ਸੋਨੇ ਨੂੰ ਵੀ ਹੱਥ ਪਾ ਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਹੈ, ਜੇ ਸੋਨੇ ਨੂੰ ਵੀ ਹੱਥ ਲਾ ਦੇ ਤੇ ਉਹ ਵੀ ਮਿੱਟੀ ਬਣ ਜਾਊਗਾ, ਜਿਹੜੇ ਬਿਨਾਂ ਬਰਕਤਾਂ ਵਾਲੇ ਹੱਥ ਨੇ। ਇਹਨਾਂ ਹੱਥਾਂ ਦੇ ਵਿੱਚ ਬਰਕਤ ਕਦੋਂ ਆਉਂਦੀ ਹੈ? ਇਹ ਉਦੋਂ ਆਉਂਦੀ ਹੈ ਜਦੋਂ ਕੋਈ ਮਨੁੱਖ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਦਾ, ਸਿਮਰਨ ਕਰਦਾ, ਬੰਦਗੀ ਕਰਦਾ ਹੈ। ਤੋ ਸੇਵਾ ਸਿਮਰਨ, ਸੇਵਾ ਤੇ ਹੱਥਾਂ ਦੇ ਨਾਲ ਕਰਨੀ ਹੈ, ਸਿਮਰਨ ਬੰਦਗੀ ਕਰਦਿਆਂ ਕਰਦਿਆਂ ਹੱਥਾਂ ਦੇ ਵਿੱਚ ਬਰਕਤ ਆ ਜਾਂਦੀ ਹੈ। ਤਮਾਮ ਸਾਰੀ ਦੁਨੀਆ ਹਿੰਦੁਸਤਾਨ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਜਦੋਂ ਨੀਂਹ ਪੱਥਰ ਰੱਖਣ ਲੱਗੇ, ਉਦੋਂ ਸਭ ਨੇ ਸੋਚਿਆ, ਕਹਿੰਦੇ ਇਹ ਕਿਹੜੇ ਐਡੇ ਵੱਡੇ ਬਰਕਤਾਂ ਵਾਲੇ ਹੱਥ ਹੋਵਣ ਜਿਹਦੇ ਨਾਲ ਇਹ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾਵੇ। ਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਜਦੋਂ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਭਾਰਤ ਦੇ ਵਿੱਚ, ਤੇ ਸਭ ਤੋਂ ਪਹਿਲਾਂ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖਾਂ ਤੋਂ ਨੀਂਹ ਪੱਥਰ ਰਖਵਾਇਆ ਸੀ ਯੂਨੀਵਰਸਿਟੀ ਦਾ। ਤੇ ਉਸ ਤੋਂ ਬਾਅਦ ਇੰਨੇ ਬਰਕਤਾਂ ਵਾਲੇ ਹੱਥ ਦੇ ਨਾਲ ਇਹ ਨੀਂਹ ਪੱਥਰ ਰੱਖਿਆ ਗਿਆ। ਤੁਸੀਂ ਆਪੇ ਭਾਰਤ ਦੇ ਵਿੱਚ ਲਾ ਲਓ ਕਿੰਨੀਆਂ ਯੂਨੀਵਰਸਿਟੀਆਂ ਬਣੀਆਂ ਹੋਈਆਂ ਨੇ, ਇਹ ਬਰਕਤਾਂ ਵਾਲੇ ਹੱਥਾਂ ਦੀਆਂ ਕਰਾਮਾਤਾਂ ਨੇ। ਹੁਣ ਤੇ ਠੀਕ ਹੈ, ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਜਿਹੜੇ ਬੱਚੇ, ਇਹਨਾਂ ਨੂੰ ਇੰਜ ਨਹੀਂ ਪਤਾ ਲੱਗਦਾ ਵੀ ਸਭ ਤੋਂ ਪਹਿਲੀ ਯੂਨੀਵਰਸਿਟੀ ਕਿਹਨੇ ਬਣਾਈ ਸੀ, ਨੀਂਹ ਪੱਥਰ ਕਿਹਨੇ ਰੱਖਿਆ ਸੀ ਸਭ ਤੋਂ ਪਹਿਲਾਂ। ਇਹਨਾਂ ਦੇ ਕੋਲ ਤੇ ਡਿਗਰੀਆਂ, ਇਹਨਾਂ ਦੇ ਭੂਤ ਸਵਾਰ ਹੋਇਆ ਹੋਇਆ, ਐਡੀਆਂ ਵੱਡੀਆਂ ਡਿਗਰੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਲੈ ਲੈਂਦੇ ਨੇ, ਇਹਨਾਂ ਨੂੰ ਪਤਾ ਹੀ ਲੱਗਦਾ ਯੂਨੀਵਰਸਿਟੀ। ਬਰਕਤਾਂ ਵਾਲੇ ਹੱਥ ਲੱਭੇ ਜਾਂਦੇ ਨੇ ਜਦੋਂ ਘਰ ਦਾ ਨੀਂਹ ਪੱਥਰ ਰੱਖਣਾ ਹੋਵੇ ਸਭ ਤੋਂ ਪਹਿਲਾਂ। ਤੇ ਸਾਈਂ ਮੀਆਂ ਮੀਰ ਜੀ ਨੂੰ ਉਹਨਾਂ ਟਾਈਮਾਂ ਦੇ ਵਿੱਚ ਚੋਟੀ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਰਕਤਾਂ ਵਾਲੇ ਹੱਥ। ਸਾਈਂ ਮੀਆਂ ਮੀਰ ਜੀ ਨੇ ਹਰਿਮੰਦਰ ਸਾਹਿਬ ਦੀ ਨਿਉ ਰੱਖਣ ਲੱਗਿਆਂ 5 ਇੱਟਾਂ ਰੱਖੀਆਂ ਸੀ ਪਹਿਲਾਂ। 5 ਇੱਟਾਂ। ਭਾਈ ਗੁਰਦਾਸ, ਬਾਬਾ ਬੁੱਢਾ ਸਾਹਿਬ, ਤਮਾਮ ਸਾਰੀਆਂ ਸੰਗਤਾਂ ਉੱਥੇ ਮੌਜੂਦ ਸੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਪਰ ਜਦੋਂ ਨਿਉ ਰੱਖਣ ਦੀ ਗੱਲ ਆਈ ਤੇ ਉਦੋਂ 5 ਇੱਟਾਂ ਸੀ ਜਿਹੜੇ ਅਰਦਾਸੀਆ ਸਿੰਘ। ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਪ੍ਰਸ਼ਾਦ ਬਣਾ ਕੇ ਨੀਂਹ ਪੱਥਰ ਰੱਖਣ ਦੀ ਅਰਦਾਸ ਕਰਾਉਂਦੇ ਹਾਂ ਅਸੀਂ, ਗੁਰਸਿੱਖਾਂ ਦੇ ਘਰ ਦੀ ਮਰਜ਼ਾਦਾ ਹੈ। ਉਦੋਂ 5 ਇੱਟਾਂ ਜਿਹੜੀਆਂ ਨੇ ਅਰਦਾਸੀਆ, ਅਰਦਾਸ ਕਰਨ ਵਾਲਾ ਸਿੰਘ ਰੱਖਦਾ।
5 ਇੱਟਾਂ ਪਹਿਲੇ। ਹੁਣ ਤੇ ਸਾਡੇ ਕਿਹੜੀ ਮਰਜ਼ਾਦਾ ਰਹੀ ਗਈ? ਆ ਹੁਣ ਵਾਲੇ ਤੇ ਤਾਂ ਪਤਾ ਲੱਗਦਾ ਅਰਦਾਸ ਹੀ ਅਰਦਾਸ ਕਰਕੇ ਹਟਦਾ, ਤੇ ਜਦੋਂ ਨੂੰ ਅਰਦਾਸ ਹੀ ਅਰਦਾਸ ਕਰਕੇ ਹਟਦਾ ਉਹ ਮਿਸਤਰੀ ਚੱਲ ਵੀ ਨਾਲ ਦੀ ਨਾਲ 5-7 ਇੱਟਾਂ ਰੱਖ ਦਿੰਦੇ ਨੇ, ਬੋਲੇ ਸੋ ਨਿਹਾਲ, ਕਹਿੰਦੇ ਸਤਿ ਸ੍ਰੀ ਅਕਾਲ। ਕਿਸੇ ਦੇ ਕੋਈ ਹੱਥ ਪੈਰ ਨਹੀਂ ਧੋਤੇ ਹੁੰਦੇ, ਕਿਸੇ ਦਾ ਕੋਈ ਮੂੰਹ ਮੱਥਾ ਨਹੀਂ ਧੋਤਾ ਹੁੰਦਾ। ਇਹ ਪਹਿਲਾਂ ਉਹਨਾਂ ਦੀਆਂ ਤਲੀਆਂ ਦੇ ਉੱਤੇ, ਜੇ ਤਲੀਆਂ ਦੇ ਉੱਤੇ ਸਾਰਾ ਕੁਝ ਜੰਮਿਆ ਪਿਆ ਹੁੰਦਾ, ਇਹਨਾਂ ਨੂੰ ਦੇ ਦਿਓ ਦੇਗਾ। ਇਹ ਹੁਣ ਤੇ ਹੋਰ ਹੀ ਪਾਸੇ ਚਲੇ ਗਏ, ਕੋਈ ਮਰਿਆਦਾ ਨਹੀਂ ਕਿਸੇ ਕੋਲੇ ਰਹਿ ਗਈ। ਸਾਈਂ ਮੀਆਂ ਮੀਰ ਜੀ ਨੇ 5 ਇੱਟਾਂ ਰੱਖੀਆਂ। ਜਦੋਂ ਲੱਗਣ ਲੱਗਿਆ ਮਿਸਤਰੀ, 4 ਇੱਟਾਂ ਮਾਏ ਸਾਈਂ ਮੀਆਂ ਮੀਰ ਨੇ ਪਾਸੇ ਰੱਖੀਆਂ, 1 ਇੱਟ ਸੀ ਜਿਹੜੀ ਵਿਚਾਲੇ ਰੱਖੀ। ਫਿਰ ਉਹ ਮਿਸਤਰੀ ਕਹਿੰਦਾ ਇੱਟਾਂ ਸਹੀ ਨਹੀਂ ਰੱਖੀਆਂ। ਫਿਰ ਉਹਨੇ ਆਪ ਲੱਗਣ ਲੱਗੇ ਨੇ ਜਿਹੜੀ ਵਿਚਾਲੇ ਇੱਟ ਰੱਖੀ ਸੀ ਉਹਨੂੰ ਹਿਲਾ ਦਿੱਤਾ ਸੀ ਮਿਸਤਰੀ ਨੇ। ਇਹ ਫਿਰ ਆਪਦੀ ਕਾਰਵਾਈ ਕਰਦੇ ਨੇ ਨਾ। ਹੁਣ ਤਾਂ ਸਾਨੂੰ ਜਿਹੜਾ ਇਤਿਹਾਸ ਹੈ ਨਾ, ਇਹ ਅਸਲੀ ਇਤਿਹਾਸ ਸੁਣਾਉਣਾ ਬਹੁਤ ਔਖਾ ਹੋ ਗਿਆ, ਬਹੁਤ, ਮਾਫ਼ ਕਰਨਾ, ਬਹੁਤ ਔਖਾ ਹੋ ਗਿਆ। ਇਹ ਫਿਰ ਆਪਦੀ ਕਾਰਵਾਈ ਉਹਨੇ ਕਰਦੇ ਨੇ ਨਾ। ਉਹ ਜਿਹੜੀ ਇੱਟ ਸੀ ਉਹ ਇੱਟ ਹਿਲਾ ਦਿੱਤੀ, ਤੇ ਫਿਰ ਕੋਲੇ ਖੜੇ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਕਹਿੰਦੇ ਤੂੰ ਇਹ ਕੀ ਕੀਤਾ? ਸਾਈਂ ਮੀਆਂ ਮੀਰ ਕੋਈ ਆਮ ਮਹਾਨ ਹਸਤੀ ਹੈ, ਕਹਿੰਦੇ ਮਹਾਰਾਜ ਜੀ, ਕਹਿੰਦੇ ਐਡੇ ਵੱਡੇ ਬਰਕਤਾਂ ਵਾਲੇ ਹੱਥਾਂ ਦੇ ਨਾਲ ਰੱਖੀਆਂ ਹੋਈਆਂ 5 ਇੱਟਾਂ ਤੇ ਤੂੰ ਇੱਟ ਹਿਲਾ ਦਿੱਤੀ ਉਹਦੇ ਵਿੱਚੋਂ। ਡਾਂਟਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ, ਇਹ ਤੂੰ ਚੰਗਾ ਨਹੀਂ ਕੀਤਾ। ਉੱਥੇ ਹੀ ਮਹਾਰਾਜ ਨੇ ਵਚਨ ਕਰ ਦਿੱਤਾ ਸੀ, ਕਹਿੰਦੇ ਜਿਹੜਾ ਇਹ ਤੂੰ 1 ਇੱਟ ਹਿਲਾ ਦਿੱਤੀ ਹੈ ਨਾ, ਹੁਣ ਜਿਹੜਾ ਇਹਦੇ ਉੱਤੇ ਹਰਮੰਦਰ ਬਣੂਗਾ ਇੱਕ ਵਾਰੀ ਉਹ ਹਿੱਲੂਗਾ ਜ਼ਰੂਰ। ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਦੀਆਂ ਨਿਆਵਾਂ ਦੇ ਵਿੱਚ ਬਰੂਦ ਭਰ ਭਰ ਕੇ ਹਰਮੰਦਰ ਸਾਹਿਬ ਨੂੰ ਉਡਾਇਆ ਸੀ, ਪਤਾ ਤੁਹਾਨੂੰ? ਉਦੋਂ ਹੱਲੀ ਸੀ ਨਿਉ। ਪਰ ਆ ਜਿਹੜਾ ਹੁਣ ਹਰਮੰਦਰ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ ਨਾ, ਹੁਣ ਇਹ ਹਰਮੰਦਰ ਸਾਹਿਬ ਕਿਹਨੇ ਬਣਾਇਆ ਸੀ? ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਰਾਜ ਦੇ ਵਿੱਚ ਉਹਨਾਂ ਨੇ ਬਣਾਇਆ ਸੀ ਹਰਮੰਦਰ ਸਾਹਿਬ। ਆ ਜਿਹੜਾ ਹੁਣ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਅਸੀਂ, ਜਦੋਂ ਹਰਮੰਦਰ ਸਾਹਿਬ ਦੇ ਅਸੀਂ ਅੰਦਰ ਐਂਟਰ ਹੁੰਦੇ ਹਾਂ ਨਾ, ਉੱਥੇ ਪੱਤਰੇ ਤੇ ਇੱਕ ਮੂਲ ਮੰਤਰ ਲਿਖਿਆ ਹੋਇਆ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੜ੍ਹਿਆ ਨਾ ਹਰਮੰਦਰ ਸਾਹਿਬ ਦੇ ਅੰਦਰ ਵੜਦੇ ਐਂਟਰ ਕਰਦਿਆਂ ਨੇ ਕਦੇ? ਉਹ ਜਿਹੜਾ ਪੱਤਰੇ ਤੇ ਲਿਖਿਆ ਹੋਇਆ, ਇਹ ਮਹਾਰਾਜਾ ਰਣਜੀਤ ਸਿੰਘ ਨੇ 1.25 ਮਣ ਸਿਉਣਾ ਦਾਨ ਕਰਕੇ ਉਹ ਮੂਲ ਮੰਤਰ ਲਿਖਿਆ ਹੋਇਆ ਹਰਮੰਦਰ ਸਾਹਿਬ ਦੇ ਵਿੱਚ। 1.25 ਮਣ ਸਿਉਣਾ ਦਾਨ ਕਰਨਾ ਮਹਾਰਾਜਾ ਰਣਜੀਤ। ਇਹ ਹਰਮੰਦਰ ਸਾਹਿਬ ਤਾਂ ਸਾਰਾ ਹੀ ਉਹਨਾਂ ਨੇ ਤਿਆਰ ਕੀਤਾ ਹੈ, ਪਰ ਉਹ ਜਿਹੜਾ ਪੱਤਰੇ ਤੇ ਜਿੱਥੇ ਮੂਲ ਮੰਤਰ ਲਿਖਿਆ ਹੋਇਆ ਨਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਆਪਣੀ ਸੋਚ ਸੀ ਕਿ ਜਿੱਥੇ ਮੇਰੇ ਗੁਰੂ ਦਾ ਹੁਕਮ ਲਿਖਣਾ ਨਾ, ਮੇਰੇ ਗੁਰੂ ਦੇ ਹੁਕਮ ਦੇ ਵਿੱਚ ਸਭ ਤੋਂ ਵੱਧ ਸਿਉਣਾ ਹੋਣਾ ਚਾਹੀਦਾ। ਤੇ 1.25 ਮਣ ਸਿਉਣਾ ਮਹਾਰਾਜਾ ਰਣਜੀਤ ਸਿੰਘ ਨੇ ਦਾਨ ਕੀਤਾ ਸੀ ਕੱਲੇ ਮੂਲ ਮੰਤਰ ਲਿਖਣ ਵਾਸਤੇ। ਉੱਥੇ ਜਿਹੜਾ ਮੂਲ ਮੰਤਰ ਆਪ ਜੀ ਪੜ੍ਹ ਲਿਓ ਕਦੇ ਜਾਂਦੇ ਹੋ ਹਰਮੰਦਰ ਸਾਹਿਬ, 1.25 ਮਣ ਸਿਉਣਾ। ਇਹ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਤਿਆਰ ਕੀਤਾ ਆਪਣੇ ਰਾਜ ਦੇ ਵਿੱਚ, ਉਸ ਟਾਈਮ ਦੇ ਵਿੱਚ ਵਚਨ। ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਹਦੀ ਪਿਰਥੀ ਚੰਦ ਦੀ ਜਿਹੜੀ ਸੀ, ਇੱਕ 8 ਗੁਰੂਆਂ ਦੇ ਨਾਲ ਵੱਡੀ ਰਿਸ਼ਤੇਦਾਰੀ ਪੈਂਦੀ ਸੀ ਪਿਰਥੀ ਚੰਦ ਦੀ, ਇੱਕੋ ਵਚਨ ਦੇ ਵਿੱਚ ਆਪਾਂ ਕਿ ਇਹਨੇ ਹੁਣ 8 ਗੁਰੂਆਂ ਦੇ ਨਾਲ ਰਿਸ਼ਤੇਦਾਰੀ ਪੈਂਦੀ ਹੋਵੇ, ਉਹ ਵੀ ਨਾਨੇ ਵਾਲੀ, ਪਿਓ ਵਾਲੀ, ਸਕੇ ਭਰਾ ਵਾਲੀ, ਸਕੇ ਭਤੀਜੇ, ਸਕਾ ਪੋਤਾ, ਸਕਾ ਪੜਪੋਤਰਾ, ਤੇ ਬੰਦੇ ਨੂੰ ਲਾਹਨਤਾਂ ਪੈਂਦੀਆਂ ਰਹਿਣ। ਹੁਣ ਪਿਰਥੀ ਚੰਦ ਬਹੁਤ ਤਕੜਾ ਸੀਗਾ,
ਤੇ ਪ੍ਰਿਥੀ ਚੰਦ ਦੇ ਸਹੁਰੇ ਵੀ ਬਹੁਤ ਤਕੜੇ ਸੀਗੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਤਿਆਰ ਕਰਵਾਤਾ। ਉਹਨਾਂ ਟਾਈਮਾਂ ਦੇ ਵਿੱਚ ਭੱਠੇ ਚੱਲਣੇ ਕੋਈ ਆਮ ਗੱਲ ਨਹੀਂ ਹੁੰਦੀ ਸੀ। ਪਰ ਹੋਇਆ ਕਿ ਉਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਇਸ ਕਰਕੇ ਪ੍ਰਿਥੀ ਚੰਦ ਨੂੰ ਗੁਰੂ ਘਰ ਦੇ ਵਿੱਚ ਮਨਮੁਖ ਕਿਹਾ ਜਾਂਦਾ ਹੈ। ਬੋਲੋ ਸਤਨਾਮ। ਤਾਂ ਇਹਦਾ ਮਤਲਬ ਕਿ ਜਿੰਨਾ ਸਾਡੇ ਕੋਲੇ ਧਨ ਹੈ, ਜ਼ਮੀਨ ਜਾਇਦਾਦ ਹੈ, ਘਰ-ਬਾਰ ਹੈ, ਬੰਗਲੇ ਹੈ, ਸੋਨਾ ਚਾਂਦੀ ਹੈ, ਜੋ ਕੁਛ ਵੀ ਸਾਡੇ ਕੋਲੇ ਹੈਗਾ, ਇਹ ਸਾਰੇ ਦਾ ਸਾਰਾ ਉਹਨਾਂ ਟਾਈਮ ਵਿਅਰਥ ਹੈ ਜਿੰਨਾ ਟਾਈਮ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ। ਉਹਨਾਂ ਟਾਈਮ ਤੇ ਫਿਰ ਕਹਿਣ 'ਚ ਕੋਈ ਸੰਕੋਚ ਨਹੀਂ ਹੈ, ਪ੍ਰਿਥੀ ਚੰਦ ਵਰਗੀ ਹੈ। ਫਿਰ ਸਰ ਗੁਰੂ ਦਾ ਹੁਕਮ ਤੇ ਮੰਨਣਾ ਹੀ ਪੈਣਾ ਨਾ, ਗੁਰੂ ਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੈ। ਸੋ ਇਸ ਤੋਂ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਇੱਕ ਕੇਂਦਰ ਤਿਆਰ ਕੀਤਾ, ਅੰਨ ਪਾਣੀ ਇੱਕ ਕਰਕੇ, ਪੰਗਤ ਇੱਕ ਕਰਕੇ, ਉਸ ਤੋਂ ਬਾਅਦ ਇੱਕ ਕੇਂਦਰ ਤਿਆਰ ਕੀਤਾ ਗਿਆ। ਇਸ ਤੋਂ ਬਾਅਦ ਦਾ ਇਤਿਹਾਸ ਹੈ ਜਿਹੜਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪ ਜੀ ਸੰਗਤਾਂ ਸਮੇਂ ਦੇ ਨਾਲ ਪਹੁੰਚਿਆ ਕਰੋ, ਕਿਉਂਕਿ ਜਿਹੜੇ ਟਾਈਮ ਦੇ ਵਿੱਚ ਤੁਸੀਂ ਪਹੁੰਚਦੇ ਹੋ ਉਸ ਤੋਂ ਪਹਿਲਾਂ ਅੱਧਾ ਇਤਿਹਾਸ ਹੈ ਜਿਹੜਾ ਉਹ ਗਾਵਿਆ ਸੁਣਿਆ ਜਾਂਦਾ ਹੈ, ਅਤੇ ਫਿਰ ਅੱਧਾ ਇਤਿਹਾਸ ਸੁਣ ਕੇ ਉਹਦੀ ਲੜੀ ਨਹੀਂ ਵੱਜਦੀ। ਤਾਂ ਗੁਰੂ ਸਾਹਿਬ ਕਿਰਪਾ ਕਰਨ, ਆਪ ਜੀ ਸਮੇਂ ਦੇ ਨਾਲ ਪਹੁੰਚਿਆ ਕਰੋ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਬੋਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।